ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਕਰਦੇ ਹਾਂ ਤੁਹਾਡਾ ਆਪਦੇ ਆਪਣੇ YouTube ਚੈਨਲ ਦੇ ਉੱਤੇ। ਸੋ ਆਪਾਂ ਅੱਜ ਜਿਹੜੇ ਟੌਪਿਕ ਦੇ ਉੱਪਰ ਗੱਲ ਕਰਾਂਗੇ ਉਹ ਹੈ ਵਿਆਕਰਣ। ਵਿਆਕਰਣ ਜਿਹੜਾ ਆ ਉਸ ਦੇ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਾਂ ਆਪਾਂ ਇਸ ਟੌਪਿਕ ਦੇ ਨਾਲ। ਸੋ ਅੱਜ ਦਾ ਜਿਹੜਾ ਟੌਪਿਕ ਆ ਬਹੁਤ ਇੰਟਰਸਟਿੰਗ ਵੀ ਹੋਣ ਵਾਲਾ ਆ ਅਤੇ ਉਸ ਦੇ ਨਾਲ ਨਾਲ ਬਹੁਤ ਇੰਪੋਰਟੈਂਟ ਵੀ ਹੋਣ ਵਾਲਾ ਆ। ਸੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦਾ ਟੌਪਿਕ। ਇਸ ਵਿਸ਼ੇ ਦੇ ਵਿੱਚ ਆਪਾਂ ਇਸ ਟੌਪਿਕ ਦੇ ਵਿੱਚ ਆਪਾਂ ਵਿਆਕਰਣ ਦੀ ਪਰਿਭਾਸ਼ਾ ਨੂੰ ਦੇਖਾਂਗੇ। ਉਸ ਦੇ ਨਾਲ ਨਾਲ ਕੁਝ ਕੁ ਵਿਦਵਾਨ ਜਿਹੜੇ ਆ ਉਹ ਵਿਆਕਰਣ ਦੇ ਬਾਰੇ ਵਿੱਚ ਕੀ ਕਹਿੰਦੇ ਆ ਆਪਾਂ ਇਹ ਵੀ ਦੇਖਾਂਗੇ। ਉਸ ਦੇ ਨਾਲ ਨਾਲ ਵਿਆਕਰਣ ਦੇ ਅੰਗ ਜਾਂ ਭਾਗ ਕਿਹੜੇ ਕਿਹੜੇ ਆਪਾਂ ਉਹਨਾਂ 'ਤੇ ਵੀ ਗੱਲ ਕਰਾਂਗੇ ਅਤੇ ਇਸ ਤਰ੍ਹਾਂ ਵੱਧਦੇ ਹਾਂ ਆਪਾਂ ਅੱਜ ਦੇ ਟੌਪਿਕ ਵੱਲ ਨੂੰ। ਵਿਆਕਰਣ ਸਭ ਤੋਂ ਪਹਿਲਾਂ ਦੇਖੀਏ, ਵਿਆਕਰਣ ਭਾਸ਼ਾ ਨੂੰ ਲਿਖਣ ਵਾਲੇ ਨਿਯਮਾਂ ਦਾ ਸਮੂਹ ਹੈ। ਜਦੋਂ ਭਾਸ਼ਾ ਨੂੰ ਇੱਕ ਹੁੰਦੀ ਮੌਖਿਕ ਭਾਸ਼ਾ, ਇੱਕ ਹੁੰਦੀ ਲਿਖਤੀ ਭਾਸ਼ਾ। ਮੌਖਿਕ ਭਾਸ਼ਾ ਦੇ ਵਿੱਚ ਵਿਆਕਰਣ ਜਿਹੜਾ ਹੈ ਉਸ ਦੀ ਜਿਹੜੀ ਆ ਬਹੁਤੀ ਮਤਲਬ ਉਸ ਨੂੰ ਬਹੁਤਾ ਜ਼ਿਆਦਾ ਨਹੀਂ ਦੇਖਿਆ ਜਾਂਦਾ, ਪਰ ਲਿਖਤੀ ਰੂਪ ਦੇ ਵਿੱਚ ਜਿਹੜਾ ਆ ਉਹ ਵਿਆਕਰਣ ਜਿਹੜਾ ਆ ਬਹੁਤ ਇੰਪੋਰਟੈਂਟ ਜਿਹੜਾ ਹੁੰਦਾ ਹੈ, ਬਹੁਤ ਅਹਿਮ ਭੂਮਿਕਾ ਨਿਭਾਉਂਦਾ ਆ। ਸੋ ਵਿਆਕਰਣ ਜਿਹੜਾ ਆ ਸਾਨੂੰ ਦੱਸਦਾ ਹੈ ਕਿ ਇੱਕ ਜਦੋਂ ਵਾਕ ਖਤਮ ਹੁੰਦਾ ਹੈ ਉਸ ਤੋਂ ਬਾਅਦ ਪੂਰਨ ਵਿਰਾਮ ਪਾਉਣਾ ਆ, ਹੈ ਨਾ। ਸੋ ਇਹ ਜਿਹੜੇ ਪੂਰਨ ਵਿਰਾਮ ਪਾਉਣਾ ਹੈ ਇਹ ਕਿਹਦੇ ਵਿੱਚ ਸਾਨੂੰ ਦੱਸਿਆ ਜਾਂਦਾ? ਵਿਆਕਰਣ ਵਿੱਚ। ਸਾਨੂੰ ਵਿਆਕਰਣ ਨੇ ਕਿਹਾ ਹੈ ਕਿ ਆਪ ਦੇ ਵਾਕ ਨੂੰ ਸ਼ੁੱਧ ਕਰਕੇ ਲਿਖਣਾ ਹੈ ਨਾ। ਸੋ ਵਿਆਕਰਣ ਜਿਹੜਾ ਹੈ ਉਹ ਭਾਸ਼ਾ ਨੂੰ ਲਿਖਣ ਵਾਲੇ ਨਿਯਮਾਂ ਦਾ ਸਮੂਹ ਹੈ। ਇਸ ਲਈ ਵਿਆਕਰਣ ਦਾ ਸੰਬੰਧ ਭਾਸ਼ਾ ਨਾਲ ਹੈ। ਭਾਸ਼ਾ ਨੂੰ ਸ਼ੁੱਧ ਅਤੇ ਸਪਸ਼ਟ ਰੂਪ ਵਿੱਚ ਲਿਖਣ ਲਈ ਜਿਨ੍ਹਾਂ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਨਿਯਮਾਂ ਨੂੰ ਵਿਆਕਰਣ ਕਿਹਾ ਜਾਂਦਾ ਹੈ। ਉਦਾਹਰਨ ਦੇਖਦੇ ਹਾਂ, ਜਿਵੇਂ ਰਾਮ ਪੜ੍ਹਦੀ ਹੈ। ਉਪਰੋਕਤ ਵਾਕ ਵਿੱਚ ਰਾਮ ਮੁੰਡਾ ਹੈ ਅਤੇ ਵਿਆਕਰਣਿਕ ਨਿਯਮ ਅਨੁਸਾਰ ਰਾਮ ਨਾਲ ਪੜ੍ਹਦਾ ਸ਼ਬਦ ਦੀ ਵਰਤੋਂ ਹੋਵੇਗੀ। ਪੜ੍ਹਦੀ ਸ਼ਬਦ ਜਿਹੜਾ ਹੈ ਉਹ ਇਸਤਰੀ ਲਿੰਗ ਹੈ ਅਤੇ ਇਸ ਦੀ ਵਰਤੋਂ ਵੀ ਇਸਤਰੀ ਲਿੰਗ ਨਾਲ ਹੀ ਹੋਵੇਗੀ। ਸੋ ਇਹ ਗੱਲ ਸਾਨੂੰ ਕੌਣ ਸਮਝਾ ਰਿਹਾ ਹੈ? ਵਿਆਕਰਣ। ਵਿਆਕਰਣ ਕਹਿੰਦਾ ਹੈ ਕਿ ਆਪ ਦੀਆਂ ਜਿਹੜੀਆਂ ਵਿਆਕਰਣਿਕ ਜਿਹੜੀਆਂ ਆ ਉਹ ਗਲਤੀਆਂ ਉਹਨਾਂ ਦੇ ਉੱਤੇ ਗੌਰ ਕਰਨੀ, ਉਹਨਾਂ ਨੂੰ ਸਮਝਣਾ ਹੈ ਅਤੇ ਉਹਨਾਂ ਨੂੰ ਸਹੀ ਕਰਨਾ ਹੈ ਨਾ। ਸੋ ਵਿਆਕਰਣ ਦਾ ਸ਼ਾਬਦਿਕ ਅਰਥ ਹੈ ਵਿਸ਼ੇਸ਼ ਰੂਪ ਨਾਲ ਵਿਆਖਿਆ ਕਰਨਾ। ਵਿਆਕਰਣ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਸੰਸਕ੍ਰਿਤ ਭਾਸ਼ਾ ਵਿੱਚ ਵਿਆਕਰਣ ਦਾ ਅਰਥ ਹੈ ਵਿਸ਼ਲੇਸ਼ਣ ਕਰਨਾ। ਵਿਸ਼ਲੇਸ਼ਣ ਕਰਨਾ ਕਾਹਦਾ? ਵਿਸ਼ਲੇਸ਼ਣ ਕਰਨਾ ਭਾਸ਼ਾ ਨੂੰ ਲਿਖਣ ਵਾਲੇ ਨਿਯਮਾਂ ਦੇ ਸਮੂਹ ਦਾ, ਇਸ ਦਾ ਵਿਸ਼ਲੇਸ਼ਣ ਕਰਨਾ। ਸੋ ਵੱਧਦੇ ਹਾਂ ਆਪਾਂ ਅੱਗੇ। ਵਿਸ਼ਲੇਸ਼ਣ ਕਰਨਾ। ਸੋ ਵਿਆਕਰਣ ਅਜਿਹੇ ਨਿਯਮਾਂ ਦਾ ਸਮੂਹ ਹੈ ਜੋ ਭਾਸ਼ਾ ਦਾ ਵਿਸ਼ਲੇਸ਼ਣ ਕਰਦਾ ਹੈ ਅਤੇ ਜਿਸ ਦੀ ਮਦਦ ਨਾਲ ਭਾਸ਼ਾ ਨੂੰ ਸ਼ੁੱਧ ਅਤੇ ਮਿਆਰੀ ਰੂਪ ਵਿੱਚ ਲਿਖਿਆ ਜਾਂਦਾ ਹੈ। ਭਾਸ਼ਾ ਦੇ ਜਨਮ ਤੋਂ ਬਾਅਦ ਜਦੋਂ ਭਾਸ਼ਾ ਲਿਖਤੀ ਰੂਪ ਵਿੱਚ ਆਉਂਦੀ ਹੈ, ਪਹਿਲਾਂ ਭਾਸ਼ਾ ਦਾ ਜਨਮ ਹੁੰਦਾ, ਫਿਰ ਮੌਖਿਕ ਭਾਸ਼ਾ ਆਉਂਦੀ ਹੈ। ਮੌਖਿਕ ਭਾਸ਼ਾ ਪਹਿਲੇ ਆਉਂਦੀ ਹੈ, ਲਿਖਤੀ ਭਾਸ਼ਾ ਬਾਅਦ 'ਚ ਆਉਂਦੀ ਹੈ। ਭਾਸ਼ਾ ਦਾ ਜਦੋਂ ਜਨਮ ਹੁੰਦਾ ਉਸ ਤੋਂ ਬਾਅਦ ਭਾਸ਼ਾ ਨੂੰ ਜਦੋਂ ਲਿਖਤੀ ਰੂਪ ਦੇ ਵਿੱਚ ਲਿਖਿਆ ਜਾਂਦਾ ਹੈ ਉਸ ਸਮੇਂ ਵਿਆਕਰਣ ਦੀ ਹੋਂਦ ਹੁੰਦੀ ਹੈ। ਵਿਆਕਰਣ ਹੋਂਦ ਵਿੱਚ ਆਉਂਦਾ ਹੈ ਉਸ ਸਮੇਂ ਦੇ ਨਾਲ, ਠੀਕ ਹੈ। ਹਰ ਭਾਸ਼ਾ ਦਾ ਆਪਣਾ ਜਿਹੜਾ ਹੈ ਉਹ ਵਿਆਕਰਣ ਹੁੰਦਾ ਹੈ। ਪੰਜਾਬੀ ਭਾਸ਼ਾ ਦਾ ਆਪਣਾ, ਹਰੇਕ ਭਾਸ਼ਾ ਦਾ ਜਿਹੜਾ ਆਪਣਾ ਵਿਆਕਰਣ ਹੁੰਦਾ ਹੈ। ਅਤੇ ਵਿਆਕਰਣ ਜਿਹੜਾ ਹੈ ਉਹ ਇਹ ਨਹੀਂ ਹੈ ਕਿ ਜੋ ਇੱਕ ਵਾਰੀ ਵਿਆਕਰਣ ਲਿਖ ਦਿੱਤਾ ਗਿਆ ਉਹ ਐਜ਼ ਇਟ ਇਜ਼ ਪੂਰਾ ਲਾਈਫ ਲੌਂਗ ਆ, ਨਹੀਂ। ਇਸ ਦੇ ਵਿੱਚ ਫੇਰ ਬਦਲ ਹੁੰਦਾ ਰਹਿੰਦਾ ਹੈ। ਹਰ ਭਾਸ਼ਾ ਦਾ ਆਪਣਾ ਵਿਆਕਰਣ ਆ ਅਤੇ ਪੰਜਾਬੀ ਭਾਸ਼ਾ ਦਾ ਵੀ ਆਪਣਾ ਵਿਆਕਰਣ ਹੈ। ਅੰਗਰੇਜ਼ੀ ਦਾ ਆਪਣਾ ਵਿਆਕਰਣ ਹੈ। ਅੰਗਰੇਜ਼ੀ ਕਹਿੰਦੀ ਹੈ ਕਿ ਇੱਕ ਵਾਕ ਦੀ ਸਮਾਪਤੀ ਵੇਲੇ ਆਪਾਂ ਨੇ ਫੁੱਲ ਸਟਾਪ ਦਾ ਯੂਜ਼ ਕਰਨਾ ਹੈ। ਪੰਜਾਬੀ ਕਹਿੰਦੀ ਹੈ ਆਪਾਂ ਨੇ ਇੱਕ ਵਾਕ ਦੀ ਸਮਾਪਤੀ ਸਮੇਂ ਪੂਰਨ ਵਿਰਾਮ ਦੀ ਵਰਤੋਂ ਕਰਨੀ ਹੈ। ਸੋ ਹਰ ਭਾਸ਼ਾ ਦਾ ਆਪਣਾ ਵਿਆਕਰਣ ਹੁੰਦਾ ਹੈ ਨਾ। ਇੰਪੋਰਟੈਂਟ ਆ, ਇਸ ਨੂੰ ਧਿਆਨ ਨਾਲ ਦੇਖਣਾ। ਵਿਆਕਰਣ ਬਾਰੇ ਵੱਖ-ਵੱਖ ਵਿਦਵਾਨਾਂ ਨੇ ਆਪਣੇ ਵੱਖ-ਵੱਖ ਵਿਚਾਰ ਦਿੱਤੇ ਹਨ। ਸੋ ਹੁਣ ਇੱਥੇ ਇਹ ਚੀਜ਼ ਬਹੁਤ ਇੰਪੋਰਟੈਂਟ ਆ। ਅਤੇ ਹੁਣ ਕੀ ਕਹਿੰਦਾ ਹੈ ਪਹਿਲਾ ਵਿਦਵਾਨ ਕੀ ਕਹਿੰਦਾ ਹੈ? ਜਿਸ ਸ਼ਾਸਤਰ ਜਾਂ ਗ੍ਰੰਥ ਵਿੱਚ ਸ਼ਬਦਾਂ ਦੇ ਅਰਥਾਂ ਨੂੰ ਭਿੰਨ-ਭਿੰਨ ਰੀਤੀ ਨਾਲ ਸਮਝਾਇਆ ਜਾਵੇ ਜਾਂ ਜਿਸ ਦੁਆਰਾ ਸ਼ਬਦਾਂ ਦੀ ਵਿਉਂਤਪਤੀ ਅਰਥਾਤ ਨਿਕਾਸ ਦੱਸਿਆ ਜਾਵੇ ਉਸ ਨੂੰ ਵਿਆਕਰਣ ਆਖਦੇ ਹਨ। ਕਿਹਨੇ ਦੱਸਿਆ? ਇਹ ਪ੍ਰੇਮ ਪ੍ਰਕਾਸ਼ ਸਿੰਘ ਜੀ ਹੋਰਾਂ ਨੇ, ਹੈ ਨਾ। ਸੋ ਇਹਨਾਂ ਦੀ ਜਿਹੜੀ ਕਿਤਾਬ ਆ ਉਹ ਹੈ
इन्हां दी जिहड़ी किताब आ पंजाबी बोली दा निकास ते विकास, ये किताब अगर कोई पाठक पढ़ना चाहुंदा है तो पढ़ भी सकदा है। बहुत इंपॉर्टेंट किताब आ ते मास्टर कैडर पंजाबी दे विच ये बहुत ज़्यादा सहाई हुंदी है। सो वधदे हां आपां अगली। उस तो बाद जेकर तुसी पढ़ना चाहुंदे हो इन्हां विद्वानां दीयां कोटेशनस नूं पढ़ सकदे आ। सो मैं सारियां नहीं पढ़ांगा, एक होर पढ़ांगा इहदे नाल, वो भी जिहड़ी है प्रेम प्रकाश सिंह जी दी है, सेम किताब दी है। व्याकरण किसी भाषा दी वरतों दे नियमां दा लेखा जोखा है जां लेखा जोखा हुंदा है। मतलब कि नियमां दा किन्हां दा नियम है ना, मतलब की है व्याकरण जिहड़ी किसी भाषा दे नियमां दा समूह है, जिहदे विच नियम दस्से जांदे आ, सानूं उहनूं व्याकरण कहंदे है। सो वधदे हां आपां अगे। सो भाषा नूं शुद्ध ते म्यारी रूप देण लई व्याकरण दी बहुत ज़रूरत है। व्याकरण तो बिना जिहड़ा है वो भाषा अर्थहीन ते वजूदहीन होवेगी। भाषा नूं एक रूप देण लई इस नूं नियमां विच बंधना ज़रूरी है। व्याकरण दे नियम औखे होण दे नाल नाल लचकीले भी हुंदे हन। इन्होंने इत्थे इस गल नूं क्लीयर करता कि थोड़े जे टफ हो सकते आ ये, ठीक है, उस तो लचकीले हो फ्लैक्सीबिलिटी है इन्हां दे विच, मतलब कि ये मौके दे नाल चेंज हो सकते, चेंज किए जा सकते हैं। आखिरी सत्र कहता जिन्हां नूं समय दे अनुसार बदलिया जा सकता है। अगर भाषा दे विच कोई चेंज आउंदा है तो उस दे नाल जिहड़ा है व्याकरण विच भी चेंज जिहड़ा आउणा सुभाविक आ। ये कोई सदीवी नहीं है कि जो भी व्याकरण दे जिहड़े नियम बनाते सदीवी जिहड़े है, नहीं, फ्लैक्सीबिलिटी है इन्हां दे विच, समय दे अनुसार भाषा दे अनुसार जिहड़ा है आप दा चेंज लै लैंदे है, ठीक है। ये चीज़ इंपॉर्टेंट है इहदे विच, इसदी विशेषता भी है। सो वधदे आपां हुण इत्थे जिहड़ा है मैं किसी होर किताब दे विच व्याकरण दे बारे विच की किया गया है, मैं ये उसनूं लिया है, तुसीं पढ़ सकदे आ इसनूं भी, है ना। ते इस दे विच इंपॉर्टेंट जिहड़ी मैं चीज़ तुहानूं दस्सणी आ वो ये है, इंपॉर्टेंट जिहड़ी चीज़ दस्सणी सीगी वो इसनूं दस्सना चाहुंदे सी कि इहदे विच जिहड़ा है व्याकरण दे भाग जिहड़े आ वो 4 दस्से जांदे है, पर मुख तौर ते व्याकरण दे भाग जिहड़े आ वो 3 दस्से जांदे है ना। सो 4 भी सही है तो 3 भी सही है। की हुंदा है मैं तुहानूं वो भी दसदा है कि किवें। सब तो पहला भाग इन्हां ने दस्सिया 4 भागां दे विचों सब तो पहला भाग दस्सिया धुनी बोध, अखर बोध जां वर्ण बोध। नंबर 2 शब्द बोध, नंबर 3 अर्थ बोध, नंबर 4 वाक बोध। 4 है ना। पर ये जिहड़े 2 है इन्हां नूं एक मन्निया जाता। कई थावां दे उत्ते शब्द बोध नूं ते अर्थ बोध नूं इकट्ठा जिहड़ा आ एक्सप्लेन कर दिता जाता, दस दिता जाता है। इस नूं शब्द बोध दे अधीन ही रखिया जाता, इस करके कई विद्वान जिहड़े इहदे भाग किन्ने बनाउंदे आ 3। इस गल का ध्यान रखना, धुनी बोध, अखर बोध जां वर्ण बोध, ठीक है जी। 1 नंबर 2 शब्द बोध, नंबर 3 वाक बोध, ठीक है जी। अलग भी दसदे है पर इकट्ठा भी करते हैं। सो जदों तुहानूं पुछया जाना प्रश्न कि व्याकरण दे मुख जिहड़े है वो भाग जां अंग किन्ने हुंदे आ, आपां ने 3 दी गल करनी आ। ऑप्शन दे विच जे 3 नहीं है तो 4 होणगे, जे 4 नहीं है तो 3 होणगे। 3 ते 4 इकट्ठे नहीं हो सकते, है ना जी। जे आ भी जाते हैं सानू तो असी जिहड़ा है वो 3 दे उत्ते क्लिक करांगे, ठीक है जी। तो आपां इस तो अगे वधदे हां, हुण देखदे हां आपां जिहड़ी हुण अगे जिहड़ा गल करांगे वो इस तरह करांगे 1 2 ते 3, पर आपां इस नूं अलग तो डिफाइन करांगे। इस नूं अर्थबोध नूं आपां अलग तो जरूर एक बार देखांगे कि अर्थबोध दे विच किहड़ियां चीज़ां दा ध्यान रखिया जाता। पर जिहड़ी अज आपां डिस्कस करन जा रहे हैं PDF उहदे विच की है शब्द बोध दे अधीन शब्द बोध ते अर्थबोध दोनों का अध्ययन किया गया है, दोवां बारे दस्सिया गया, ठीक है जी। सो शुरू करते हैं आपां व्याकरण दे अंग। व्याकरण नूं 3 करांगे आपां, 3 हिस्सियां विच वंडिया जा सकता है।
ਕਿਹੜੇ ਹਿੱਸਿਆਂ ਦੇ ਵਿੱਚ ਇਸ ਚੀਜ਼ ਨੂੰ ਇੰਪੋਰਟੈਂਟ ਹੈ, ਇਸ ਚੀਜ਼ ਨੂੰ ਦੇਖਣਾ। ਵਰਨਬੋਧ, ਸ਼ਬਦਬੋਧ ਅਤੇ ਵਾਕਬੋਧ। ਸ਼ਬਦਬੋਧ ਕੀ ਹੈ? ਇਸ ਦੇ ਵਿੱਚ ਸ਼ਬਦਬੋਧ ਵੀ ਹੈ, ਇਸ ਦੇ ਵਿੱਚ ਅਰਥਬੋਧ ਵੀ ਹੈ। ਇੱਕ ਚੀਜ਼ ਦਾ ਖਾਸ ਧਿਆਨ ਰੱਖਣਾ, ਸ਼ਬਦਬੋਧ ਵੀ ਹੈ ਇਹਦੇ ਵਿੱਚ, ਨਾਲ ਦੀ ਨਾਲ ਆਪਾਂ ਅਰਥਾਂ ਦੀ ਵੀ ਗੱਲ ਕਰਨੀ ਹੈ। ਜੇ ਇਕੱਲੀ ਅਸੀਂ ਸ਼ਬਦਾਂ ਦੀ ਗੱਲ ਕਰਾਂਗੇ ਫਿਰ ਅਸੀਂ ਗਲਤ ਹੋਵਾਂਗੇ, ਠੀਕ ਹੈ ਜੀ। ਨਾਲ ਅਰਥ ਦੀ ਗੱਲ ਵੀ ਕਰਨੀ ਹੈ ਕਿ ਅਰਥਪੂਰਨ ਇਕਾਈ ਹੈ ਇਹ, ਹੈ ਨਾ। ਸੋ ਆਪਾਂ ਅੱਗੇ ਵੱਧਦੇ ਹਾਂ। ਸਭ ਤੋਂ ਪਹਿਲਾਂ ਵਰਨਬੋਧ ਕਰਾਂਗੇ, ਧਿਆਨ ਦੇ ਨਾਲ ਦੇਖਣਾ ਹੈ ਆਪਾਂ। ਵਰਨਬੋਧ, ਵਰਨ ਹੁੰਦਾ ਆ ਅੱਖਰ ਜਾਂ ਵਰਨ। ਵਰਨਬੋਧ ਦੇ ਵਿੱਚ ਆਪਾਂ ਵਰਨਾਂ ਦਾ ਅਧਿਐਨ ਕਰਾਂਗੇ ਕਿ ਸਾਡੇ ਕੋਲ ਜਿਹੜੇ ਆ ਉਹ ਵਰਨ ਜਿਹੜੇ ਆ ਉਹ ਕਿਹੜੇ ਕਿਵੇਂ ਆ। ਸੋ ਇਹਦੇ ਨਾਮ ਤੋਂ ਹੀ ਕਲੀਅਰ ਆ ਕਿ ਵਰਨ ਹੁੰਦਾ ਅੱਖਰ। ਇਸ ਦੇ ਵਿੱਚ ਇਸ ਦੇ ਅਧੀਨ ਅਸੀਂ ਅੱਖਰਾਂ ਦਾ ਅਧਿਐਨ ਕਰਦੇ ਹਾਂ, ਊੜੇ ਤੋਂ ਲੱਲੇ ਪੈਰ ਬਿੰਦੀ ਤੱਕ ਅੱਖਰਾਂ ਦਾ ਅਧਿਐਨ ਇਹਦੇ ਵਿੱਚ ਕਰਨਾ ਹੈ। ਨਾਲ ਦੀ ਨਾਲ ਆਪਾਂ ਨੇ ਗੱਲ ਕਰਨੀ। ਹੁਣ ਇੱਕ ਵਾਰੀ ਇਹਨੂੰ ਦੇਖ ਲੈਂਦੇ ਕੀ ਕਹਿੰਦੇ ਆ। ਵਰਨ, ਭਾਸ਼ਾ ਦੇ ਸਭ ਤੋਂ ਛੋਟੇ ਰੂਪ ਨੂੰ ਵਰਨ ਕਿਹਾ ਜਾਂਦਾ ਹੈ। ਵਰਨ ਦੇ ਹੋਰ ਹਿੱਸੇ ਨਹੀਂ ਹੋ ਸਕਦੇ। ਊੜੇ ਨੂੰ ਹੋਰ ਹਿੱਸਿਆਂ ਵਿੱਚ ਨਹੀਂ ਵੰਡਿਆ ਜਾ ਸਕਦਾ। ਊੜੇ ਦਾ ਹਿੱਸਾ ਜਿਹੜਾ ਆ ਉਹ ਉਨਾ ਹੀ ਰਹੇਗਾ, ਐੜੇ ਦਾ ਹਿੱਸਾ ਵੀ ਉਸੇ ਤਰ੍ਹਾਂ ਉਨਾ ਹੀ ਰਹੇਗਾ। ਇਸ ਨੂੰ ਅੱਗੇ ਹੋਰ ਡਿਫਾਈਨ ਨਹੀਂ ਕੀਤਾ, ਖੋਲ੍ਹਿਆ ਨਹੀਂ ਜਾ ਸਕਦਾ, ਹੈ ਨਾ। ਵਰਨਬੋਧ ਹੁਣ ਅੱਗੇ ਆਪਾਂ ਦੇਖਦੇ ਹਾਂ। ਵਰਨ ਸ਼ਬਦ ਦਾ ਅਰਥ ਹੈ, ਬੋਧ ਸ਼ਬਦ ਦਾ ਅਰਥ ਹੈ ਗਿਆਨ, ਹੈ ਨਾ। ਸੋ ਵਰਨਬੋਧ ਤੋਂ ਭਾਵ ਹੋਇਆ ਵਰਨਾਂ ਦਾ ਗਿਆਨ, ਵਰਨਾਂ ਬਾਬਤ ਸੰਪੂਰਨ ਜਾਣਕਾਰੀ। ਵਰਨ ਦੇ ਬਾਰੇ ਵਿੱਚ ਸੰਪੂਰਨ ਜਾਂ ਅੱਖਰਾਂ ਦੇ ਬਾਰੇ ਵਿੱਚ ਸੰਪੂਰਨ ਜਾਣਕਾਰੀ ਜਿਹੜੀ ਆਪਾਂ ਇਸ ਦੇ ਵਿੱਚ ਪ੍ਰਾਪਤ ਕਰਦੇ ਹਾਂ, ਹੈ ਨਾ। ਵਿਆਕਰਣ ਦੇ ਜਿਸ ਭਾਗ ਵਿੱਚ ਵਰਨਾਂ ਦੀ ਵੰਡ, ਲਗਾ ਮਾਤਰਾਵਾਂ ਅਤੇ ਲਗਾਖਰਾਂ ਬਾਰੇ ਸੰਪੂਰਨ ਜਾਣਕਾਰੀ ਦਿੱਤੀ ਜਾਂਦੀ ਹੈ ਉਸ ਨੂੰ ਵਰਨਬੋਧ ਕਿਹਾ ਜਾਂਦਾ ਹੈ। ਹੁਣ ਇੱਕ ਚੀਜ਼ ਜਿਹੜੀ ਧਿਆਨ ਦੇ ਵਿੱਚ ਰੱਖਣੀ ਹੈ ਉਹ ਆਪਾਂ ਦੇਖਣੀ ਹੈ। ਇਸ ਦੇ ਵਿੱਚ ਨਾਲੇ ਵਰਨ ਦੇ ਵਿੱਚ ਨਾਲ ਇਹ ਵੀ ਗੱਲ ਕਹੀ ਹੈ ਉਹਨਾਂ ਨੇ ਕਿ ਵਰਨਬੋਧ ਦੇ ਵਿੱਚ ਵਰਨਬੋਧ ਇੱਕ ਵਰਨਾਂ ਦਾ ਧਿਆਨ ਕਰਨਾ ਆਪਾਂ, ਵਰਨਾਂ ਦੀ ਵੰਡ, ਲਗਾ ਮਾਤਰਾ ਦਾ ਵੀ ਇਹਦੇ ਵਿੱਚ ਹੀ ਅਧਿਐਨ ਕਰਨਾ, ਲਗਾਖਰਾਂ ਦਾ ਵੀ ਇਹਦੇ ਵਿੱਚ ਹੀ ਅਧਿਐਨ ਕਰਨਾ। ਦੇਖਦੇ ਹਾਂ ਇਸ ਚਾਰਟ ਤੋਂ ਸਾਨੂੰ ਕਲੀਅਰ ਹੋ ਜਾਏਗਾ। ਸਭ ਤੋਂ ਪਹਿਲਾਂ ਅਸੀਂ ਵਰਨਾਂ ਦਾ ਅਧਿਐਨ ਕਰਦੇ ਹਾਂ ਇਹਦੇ ਵਿੱਚ, ਠੀਕ ਹੈ ਜੀ। ਵਰਨ ਦਾ ਅਧਿਐਨ ਕਰਨਾ ਹੈ, ਵਰਨ ਦਾ ਅਧਿਐਨ ਕਰਦੇ ਹਾਂ ਆਪਾਂ। ਉਸ ਤੋਂ ਬਾਅਦ ਆਪਾਂ ਜਿਹੜਾ ਹੈ ਉਹ ਇਸੇ ਦੇ ਵਿੱਚ ਵਰਨਬੋਧ ਦੇ ਵਿੱਚ ਅਸੀਂ ਲਗਾ ਮਾਤਰਾਵਾਂ ਦਾ ਵੀ ਅਧਿਐਨ ਕਰਨਾ ਹੈ। ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਂ, ਹੂੜਾ, ਕਨੂੜਾ, ਟੋਟਲ ਜਿਹੜੀ ਹੈ ਉਹ ਲਗਾ ਮਾਤਰਾਵਾਂ 10 ਹੁੰਦੀਆਂ ਹੈ, 10 ਲਗਾ ਮਾਤਰਾਵਾਂ, ਹੈ ਨਾ। ਸੋ ਇਹਨਾਂ ਦਾ ਅਧਿਐਨ ਵੀ ਜਿਹੜਾ ਵਰਨਬੋਧ ਵਿੱਚ ਕਰਨਾ। ਹੋਰ ਇਹਦੇ ਵਿੱਚ ਕਿਹਦਾ ਅਧਿਐਨ ਕਰਨਾ ਅਸੀਂ? ਵਰਨ ਵੰਡ, ਵਰਨ ਵੰਡ ਦਾ। ਸਵਰ ਕਿਹੜੇ ਹੁੰਦੇ ਆ? ਊੜਾ, ਐੜਾ, ਈੜੀ, ਤਿੰਨੇ ਸਵਰ ਹੈ। ਵਿਅੰਜਨ ਕਿਹੜੇ? ਸੱਸੇ ਤੋਂ ਲੱਲੇ ਪੈਰ ਬਿੰਦੀ ਤੱਕ ਇਹ ਵਿਅੰਜਨ ਹੈ। ਇਹ ਵੀ ਅਸੀਂ ਦੇਖਣਾ ਹੈ ਵਰਨਬੋਧ ਦੇ ਵਿੱਚ। ਲਗਾਖਰ, ਕੁਐਸਚਨ ਇਹ ਵੀ ਬਣ ਸਕਦਾ ਹੈ, ਲਗਾਖਰ ਕਿਹੜੇ ਕਿਹੜੇ ਹੈ? ਬਿੰਦੀ, ਟਿੱਪੀ, ਅੱਧਕ। ਲਗਾਖਰ ਕਿੰਨੇ ਹੈ? ਲਗਾਖਰ 3 ਹੈ। ਇਹ ਵੀ ਪ੍ਰਸ਼ਨ ਬਣ ਸਕਦਾ ਹੈ, ਸੋ ਇਹ ਵੀ ਧਿਆਨ ਰੱਖਣਾ। ਇਹ ਹੋ ਗਿਆ ਵਰਨਬੋਧ। ਹੁਣ ਆਪਾਂ ਸ਼ਬਦਬੋਧ ਨੂੰ ਦੇਖਾਂਗੇ ਕਿ ਸ਼ਬਦਬੋਧ ਵਿੱਚ ਕੀ ਗੱਲ ਕਹਿੰਦੇ ਆ। ਸ਼ਬਦਬੋਧ ਨੂੰ ਦੇਖਦੇ ਹਾਂ ਆਪਾਂ। ਦੇਖੋ ਜੀ, ਵਰਨ ਦੇ ਵਿੱਚ ਵਰਨਾਂ ਦਾ ਅਧਿਐਨ ਕਰਨਾ, ਸ਼ਬਦ ਦੇ ਵਿੱਚ ਸ਼ਬਦਾਂ ਦਾ ਅਧਿਐਨ ਕਰਨਾ, ਹੈ ਨਾ। ਸ਼ਬਦ ਦੇ ਵਿੱਚ ਕੀ ਹੁੰਦਾ? ਜਦੋਂ ਦੋ ਵਰਨ ਇਕੱਠੇ ਹੁੰਦੇ, ਨਾਲ ਕੋਈ ਲਗਾ ਮਾਤਰਾ ਜੁੜ ਜਾਂਦੀਆਂ ਆ ਕੇ, ਫਿਰ ਉਹ ਕੀ ਬਣ ਜਾਂਦਾ? ਸ਼ਬਦ। ਦੋ ਜਾਂ ਦੋ ਤੋਂ ਵੱਧ ਜਦੋਂ ਅੱਖਰ ਆਪਸ 'ਚ ਜੁੜ ਜਾਂਦੇ ਤੇ ਉਹਨਾਂ ਨੂੰ ਕੀ ਕਹਿ ਦਿੰਦੇ ਆਪਾਂ? ਕੀ ਕਹਿ ਦਿੰਦੇ ਆਪਾਂ? ਸ਼ਬਦ, ਹੈ ਨਾ। ਸ਼ਬਦ ਬਣ ਜਾਂਦਾ ਉਹ, ਹੈ ਨਾ। ਦੋ ਜਾਂ ਦੇਖਦੇ ਹਾਂ ਆਪਾਂ, ਦੋ ਜਾਂ ਦੋ ਤੋਂ ਵੱਧ ਵਰਨਾਂ ਦੇ ਜੋੜ ਨੂੰ ਸ਼ਬਦ ਆਖਿਆ ਜਾਂਦਾ, ਪਰ ਇਹ ਜ਼ਰੂਰੀ ਹੈ ਕਿ ਇਸ ਸ਼ਬਦ ਦਾ ਕੋਈ ਅਰਥ ਹੋਣਾ ਚਾਹੀਦਾ, ਇੱਕ ਸਾਰਥਕ ਇਕਾਈ ਹੋਣੀ ਚਾਹੀਦੀ ਹੈ। ਇਹ ਅਰਥਪੂਰਨ ਇਕਾਈ ਹੋਣੀ ਚਾਹੀਦੀ ਹੈ। ਜਿਸ ਦਾ ਅਰਥ ਨਹੀਂ ਹੈ ਉਸ ਨੂੰ ਆਪਾਂ ਸ਼ਬਦ ਨਹੀਂ ਕਹਿ ਸਕਦੇ, ਉਸ ਨੂੰ ਆਪਾਂ ਸ਼ਬਦ ਦੀ ਕੈਟਾਗਰੀ ਵਿੱਚ ਨਹੀਂ ਰੱਖਣਾ, ਠੀਕ ਹੈ ਜੀ। ਅਰਥ ਹੋਣਾ ਚਾਹੀਦਾ ਹੈ। ਦੇਖੋ ਨਾਲ ਹੀ ਉਹਨੇ ਅਰਥ ਦੀ ਗੱਲ ਕਰ ਦਿੱਤੀ, ਸ਼ਬਦ ਦਾ ਅਰਥ, ਮਤਲਬ ਸ਼ਬਦਬੋਧ ਦੇ ਵਿੱਚ ਉਹਨੇ ਦੋ ਚੀਜ਼ਾਂ ਲੈ ਲਿਆ, ਸ਼ਬਦਬੋਧ ਨਾਲ ਹੀ ਅਰਥਬੋਧ ਦੀ ਗੱਲ ਵੀ ਕਰਤੀ, ਹੈ ਨਾ। ਅੱਗੇ ਵੇਖਦੇ ਹਾਂ ਆਪਾਂ ਸ਼ਬਦਬੋਧ, ਠੀਕ ਹੈ ਜੀ। ਸ਼ਬਦਬੋਧ ਵਿਆਕਰਣ ਦਾ ਉਹ ਭਾਗ ਜਿਸ ਵਿੱਚ ਸ਼ਬਦ ਬਣਤਰ, ਸ਼ਬਦ ਰਚਨਾ, ਸ਼ਬਦ ਵੰਡ, ਸ਼ਬਦ ਰੂਪਾਂਤਰਣ, ਸ਼ਬਦਾਂ ਦੇ ਅਰਥ, ਸੰਬੰਧ, ਪਦ ਵੰਡ,
ਤੇ ਬਹੁਆਰਥਕ ਸ਼ਬਦਾਂ ਬਾਰੇ ਸੰਪੂਰਨ ਗਿਆਨ ਜਾਂ ਜਾਣਕਾਰੀ ਹੋਵੇ ਉਸ ਨੂੰ ਸ਼ਬਦਬੋਧ ਕਿਹਾ ਜਾਂਦਾ ਹੈ। ਠੀਕ ਹੈ ਜੀ। ਸੋ ਇੱਕ ਵਾਰੀ ਇਹਨਾਂ ਨੂੰ ਜ਼ਰੂਰ ਦੇਖ ਲੈਣਾ ਹੈ ਆਪਾਂ ਨੇ, ਸ਼ਬਦ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਵੇਖਿਆ ਜਾਂਦਾ ਹੈ। ਆਪਾਂ ਅੱਗੇ ਥੋੜ੍ਹੀ ਜਿਹੀ ਵੱਧਦੇ ਹਾਂ, ਉਸ ਤੋਂ ਹੋਰ ਜ਼ਿਆਦਾ ਕਲੀਅਰ ਹੋਏਗਾ ਤੁਹਾਨੂੰ। ਇਸ ਦੇ ਵਿੱਚ ਆਪਾਂ ਦੇਖਿਆ ਹੈ, ਇੱਕ ਦੇਖੋ ਅਰਥਬੋਧ ਜਿਹੜਾ ਆਪਾਂ ਕਿਹਾ ਸੀ, ਪ੍ਰੋਮਿਸ ਕੀਤਾ ਸੀ ਅਲੱਗ ਤੋਂ ਦੇਖਾਂਗੇ, ਆਪਾਂ ਇੱਕ ਵਾਰ ਦੇਖ ਲੈਂਦੇ ਹਾਂ। ਅਰਥਬੋਧ ਜਿਹੜਾ ਆ ਉਹ ਕੀ ਹੈ। ਸ਼ਬਦ ਵਿੱਚ ਆਪਾਂ ਸ਼ਬਦਾਂ ਦਾ ਅਧਿਐਨ ਕਰਦੇ ਹਾਂ, ਸਾਰਾ ਕੁਝ ਦੇਖਦੇ ਹਾਂ। ਅਰਥਬੋਧ ਵੀ ਉਹਦੇ ਅੰਦਰ ਹੀ ਦੇਖਦੇ ਹਾਂ ਆਪਾਂ, ਹੈ ਨਾ। ਅਤੇ ਦੇਖਦੇ ਹਾਂ ਆਪਾਂ, ਅਰਥਬੋਧ ਤੋਂ ਭਾਵ ਹੈ ਅਰਥਾਂ ਦੇ ਪੱਖ ਤੋਂ ਸ਼ਬਦਾਂ ਦੀ ਵਿਆਖਿਆ। ਇਸ ਵਿੱਚ ਕਿਹੜੇ ਕਿਹੜੇ ਸ਼ਬਦ ਆਉਂਦੇ? ਇਸ ਵਿੱਚ ਬਹੁਆਰਥਕ ਸ਼ਬਦ, ਸਮਾਨਾਰਥਕ ਸ਼ਬਦ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਅਤੇ ਵਿਰੋਧਾਰਥਕ ਜਿਹੜੇ ਸ਼ਬਦ ਵੀ ਇਹਦੇ ਵਿੱਚ ਰੱਖੇ ਜਾਂਦੇ ਆ। ਉਦਾਹਰਨ ਦਿੰਦਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ। ਆਪਾਂ ਗੱਲ ਕਰਦੇ ਹਾਂ ਕਿ ਸ਼ਬਦਬੋਧ ਵਿੱਚ ਆਪਾਂ ਗੱਲ ਕਰ ਦਿੰਦੇ ਹਾਂ ਕਿ ਉਹ ਕੱਪੜੇ ਧੋਣ ਵਾਲਾ ਵਿਅਕਤੀ ਬਹੁਤ ਗਰੀਬ ਆ। ਠੀਕ ਹੈ ਜੀ, ਹੈ ਨਾ। ਹੁਣ ਆਪਾਂ ਅਰਥਬੋਧ ਦੇ ਪੱਖ ਤੋਂ ਜਦੋਂ ਦੇਖਣਾ ਆ, ਅਸੀਂ ਕਹਿਣਾ ਧੋਬੀ ਬਹੁਤ ਗਰੀਬ ਆ, ਹੈ ਨਾ ਜੀ। ਆਪਾਂ ਦੇਖੋ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਗੱਲ ਕੀਤੀ ਹੈ ਇਹਦੇ ਵਿੱਚ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਗੱਲ ਕੀਤੀ ਹੈ। ਠੀਕ ਹੈ ਜੀ। ਸੋ ਆਪਾਂ ਨੇ ਅਰਥਾਂ ਦਾ ਅਧਿਐਨ ਵੀ ਇਸ ਦੇ ਅੰਤਰਗਤ ਦੇਖਣਾ ਹੈ, ਇਸ ਦੇ ਅੰਦਰ ਦੇਖਣਾ ਹੈ। ਵੱਧਦੇ ਹਾਂ ਆਪਾਂ ਅੱਗੇ ਵਾਕਬੋਧ ਦੇ ਉੱਤੇ। ਵਾਕਬੋਧ ਵਿੱਚ ਕੀ ਆਉਂਦਾ ਹੈ, ਵਾਕਬੋਧ ਕੀ ਹੈ। ਠੀਕ ਹੈ ਜੀ। ਕਹਿੰਦਾ ਹੈ ਕਿ ਦੋ ਵਰਨ ਜਦੋਂ ਜਿਹਦੇ ਵਿੱਚ ਵਰਨਾਂ ਦਾ ਅਧਿਐਨ ਕੀਤਾ ਜਾਂਦਾ ਹੈ, ਵਰਨ ਦਾ ਅਧਿਐਨ ਕੀਤਾ ਜਾਂਦਾ ਹੈ, ਉਸ ਨੂੰ ਵਰਨਬੋਧ ਕਹਿੰਦੇ ਆ, ਹੈ ਨਾ। ਜਿਹਦੇ ਵਿੱਚ ਸ਼ਬਦ ਦਾ ਅਧਿਐਨ ਕੀਤਾ ਜਾਂਦਾ ਉਹਨੂੰ ਸ਼ਬਦਬੋਧ ਕਹਿੰਦੇ ਆ। ਇਸ ਦੇ ਲਈ ਬਹੁਤ ਜ਼ਰੂਰੀ ਹੈ ਜਦੋਂ ਦੋ ਵਰਨ ਜਾਂ ਦੋ ਤੋਂ ਵੱਧ ਵਰਨ ਇਕੱਠੇ ਹੁੰਦੇ ਆ ਤਾਂ ਸ਼ਬਦ ਬਣਦਾ ਹੈ। ਜਦੋਂ ਦੋ ਜਾਂ ਦੋ ਤੋਂ ਵੱਧ ਸ਼ਬਦ ਜਿਹੜੇ ਹੈ ਉਹ ਇਕੱਠੇ ਹੁੰਦੇ ਆ ਤਾਂ ਕੀ ਬਣ ਜਾਂਦਾ? ਇੱਕ ਵਾਕ ਦੀ ਹੋਂਦ ਹੁੰਦੀ ਹੈ। ਵਾਕ ਇੱਕ ਜਿਹੜਾ ਹੋਂਦ ਵਿੱਚ ਆਉਂਦਾ ਹੈ। ਠੀਕ ਹੈ ਜੀ। ਅਤੇ ਦੇਖਦੇ ਹਾਂ ਵਾਕ। ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਜੋੜ ਨੂੰ ਵਾਕ ਆਖਿਆ ਜਾਂਦਾ ਹੈ। ਵਾਕਬੋਧ ਵਿਆਕਰਣ ਦੇ ਜਿਸ ਭਾਗ ਤੋਂ ਵਾਕ ਬਾਰੇ ਸੰਪੂਰਨ ਗਿਆਨ ਮਿਲੇ ਉਸ ਨੂੰ ਵਾਕਬੋਧ ਆਖਿਆ ਜਾਂਦਾ ਹੈ। ਵਾਕਬੋਧ ਤੋਂ ਭਾਵ ਵਾਕ ਬਣਤਰ, ਵਾਕ ਵੰਡ, ਵਾਕ ਵਟਾਂਦਰਾ, ਵਾਚ, ਵਿਸਰਾਮ ਚਿੰਨ੍ਹ ਬਾਬਤ ਸੰਪੂਰਨ ਗਿਆਨ ਪ੍ਰਾਪਤ ਕਰਨਾ ਹੈ। ਵਾਕਬੋਧ ਦੇ ਵਿੱਚ ਜਦੋਂ ਅਸੀਂ ਵਾਕਬੋਧ ਦੀ ਗੱਲ ਕਰਨੀ ਹੈ, ਉਹਦੇ ਵਿੱਚ ਸੰਪੂਰਨ ਵਾਕ ਦੀ ਬਣਤਰ ਦੀ ਗੱਲ ਕਰਨੀ ਹੈ ਕਿ ਵਿਸਰਾਮ ਚਿੰਨ੍ਹ ਕਿੱਦਾਂ ਲੱਗਦੇ ਆ, ਕੋਮਾ ਕਿੱਥੇ ਲੱਗਣਾ ਹੈ ਨਾ। ਵਾਕ ਦਾ ਭਾਵ ਅਰਥ ਕੀ ਹੈ ਨਾ। ਅਤੇ ਵਾਕ ਵਟਾਂਦਰਾ ਕਿਵੇਂ ਹੁੰਦਾ ਹੈ। ਸੋ ਇਸ ਇੱਕ ਚਿੱਤਰ ਦੇ ਨਾਲ ਹੋਰ ਜਿਹੜੀ ਗੱਲ ਸਾਨੂੰ ਬਹੁਤ ਕਲੀਅਰ ਹੋਏਗੀ, ਇਸ ਚਿੱਤਰ ਨੂੰ ਦੇਖਦੇ ਹਾਂ ਵਾਕਬੋਧ। ਠੀਕ ਹੈ ਜੀ। ਠੀਕ ਹੈ। ਸਭ ਤੋਂ ਪਹਿਲਾਂ ਉੱਪਰ ਦੇਖਦੇ ਹਾਂ ਆਪਾਂ ਵਾਕ ਬਣਤਰ। ਸਾਨੂੰ ਸਭ ਤੋਂ ਪਹਿਲਾਂ ਵਾਕਬੋਧ ਦੇ ਵਿੱਚ ਇਹ ਗੱਲ ਦਾ ਪਤਾ ਲੱਗਦਾ ਹੈ ਕਿ ਪੰਜਾਬੀ ਦਾ ਜਿਹੜਾ ਵਾਕ ਆ ਕਰਤਾ, ਕਰਮ ਅਤੇ ਕਿਰਿਆ ਨਾਲ ਬਣਦਾ ਹੈ। ਅਸੀਂ ਇਸੇ ਜਿਹੜਾ ਸੀਕੁਐਂਸ ਦੇ ਵਿੱਚ ਆਪਦੇ ਵਾਕ ਨੂੰ ਬਣਾਵਾਂਗੇ। ਇੱਦਾਂ ਨਹੀਂ ਹੋਏਗਾ ਕਰਮ, ਕਿਰਿਆ ਅਤੇ ਕਰਤਾ, ਨਹੀਂ, ਇਸ ਤਰੀਕੇ ਨਾਲ ਬਣਨਾ ਹੈ। ਰਾਮ ਫੁੱਟਬਾਲ ਖੇਡਦਾ ਹੈ। ਵਿਸਰਾਮ ਚਿੰਨ੍ਹ ਵਾਕਬੋਧ ਵਿੱਚ ਆਪਾਂ ਵਿਸਰਾਮ ਚਿੰਨ੍ਹ ਦੇਖਦੇ ਹਾਂ ਕਿ ਡੰਡੀ ਕਿੱਥੇ ਲੱਗਣੀ ਹੈ, ਪੂਰਨ ਵਿਰਾਮ ਕਿੱਥੇ ਲੱਗਣਾ, ਕੋਮਾ ਕਿੱਥੇ ਲੱਗਣਾ ਹੈ। ਠੀਕ ਹੈ ਜੀ, ਹੈ ਨਾ। ਅਤੇ ਪੂਰਨ ਵਿਸਰਾਮ ਕਿੱਥੇ ਲੱਗਣਾ ਹੈ, ਇਹਨਾਂ ਚੀਜ਼ਾਂ ਦਾ ਅਧਿਐਨ। ਵਾਕ ਵਟਾਂਦਰਾ ਆਪਾਂ ਸਧਾਰਨ ਤੋਂ ਸੰਯੁਕਤ ਵਾਕ ਕਿਵੇਂ ਬਣਦੇ ਆ, ਹੈ ਨਾ। ਸਧਾਰਨ ਤੋਂ ਮਿਸ਼ਰਤ ਵਾਕ, ਹਾਂ ਵਾਚਕ ਜਾਂ ਨਾ ਵਾਚਕ, ਹਾਂ ਵਾਚਕ ਤੋਂ ਨਾ ਵਾਚਕ ਆਦਿ ਕਿਵੇਂ ਬਣਦੇ ਆ। ਮੈਂ ਕੱਲ੍ਹ ਸਕੂਲ ਜਾਵਾਂਗਾ, ਹਾਂ ਵਾਚਕ। ਮੈਂ ਕੱਲ੍ਹ ਸਕੂਲ ਨਹੀਂ ਜਾਵਾਂਗਾ, ਨਾ ਵਾਚਕ। ਇਹਦਾ ਵੀ ਜਿਹੜਾ ਅਧਿਐਨ ਆ ਉਹ ਵਾਕਬੋਧ ਵਿੱਚ ਹੋਣਾ ਆ। ਠੀਕ ਹੈ ਜੀ। ਉਸ ਦੇ ਨਾਲ ਨਾਲ ਅੱਗੇ ਕੀ ਹੈ, ਵਾਕ ਵੰਡ। ਠੀਕ ਹੈ ਜੀ। ਉਹਦੇ ਅਧੀਨ ਅਸੀਂ ਦੇਖਣਾ ਹੈ ਸਧਾਰਨ, ਸੰਯੁਕਤ, ਮਿਸ਼ਰਤ, ਪ੍ਰਸ਼ਨਵਾਚਕ ਜਾਂ ਵਿਸਮਿਕ ਆਦਿ। ਠੀਕ ਹੈ ਜੀ। ਕਿਹੜੀ ਕੈਟਾਗਰੀ ਦੇ ਅਧੀਨ ਜਿਹੜਾ ਆ ਉਹ ਵਾਕ ਆਉਂਦਾ ਆ, ਆਪਾਂ ਇਹਨਾਂ ਚੀਜ਼ਾਂ ਦਾ ਅਧਿਐਨ ਕਰਨਾ ਹੈ ਇਹਦੇ ਵਿੱਚ। ਸੋ ਆਪਾਂ ਨੇ ਅੱਜ ਦੀ ਜਿਹੜੀ ਹੈ ਇਸ ਵੀਡੀਓ ਦੇ ਵਿੱਚ, ਇਸ ਲੈਕਚਰ ਦੇ ਵਿੱਚ ਅਸੀਂ ਵਿਆਕਰਣ ਦੇ ਬਾਰੇ ਵਿੱਚ ਗੱਲ ਕੀਤੀ।
ਵਿਆਕਰਣ ਦੇ ਵਿੱਚ ਬਾਰੇ ਵਿੱਚ ਆਪਾਂ ਨੇ ਗੱਲ ਕੀਤੀ ਹੈ। ਵਿਆਕਰਣ ਦੇ ਅਧੀਨ ਜਿਹੜਾ ਆਪਾਂ ਕੁਛ ਇੱਕ ਜਿਹੜੇ ਵਿਦਵਾਨ ਜਿਹੜੇ ਆ ਜਾਂ ਵਿਆਕਰਣ ਕੀ ਆ, ਆਪਾਂ ਸਭ ਤੋਂ ਪਹਿਲਾਂ ਉਹਦੀ ਗੱਲ ਕੀਤੀ। ਉਸ ਤੋਂ ਬਾਅਦ ਵਿਆਕਰਣ ਦਾ ਸ਼ਾਬਦਿਕ ਅਰਥ ਕੀ ਆ, ਆਪਾਂ ਨੇ ਉਹਦੀ ਗੱਲ ਕੀਤੀ ਹੈ ਨਾ। ਉਸ ਤੋਂ ਅੱਗੇ ਲੰਘ ਕੇ ਅਸੀਂ ਕੁਛ ਵਿਦਵਾਨ ਜਿਹੜੇ ਹੈ ਉਹਨਾਂ ਦੀ ਗੱਲ ਕੀਤੀ ਹੈ ਕਿ ਵਿਦਵਾਨਾਂ ਨੇ ਜਿਹੜਾ ਹੈ ਵਿਆਕਰਣ ਦੇ ਬਾਰੇ ਵਿੱਚ ਕੀ ਕੀ ਕਿਹਾ ਹੈ ਨਾ। ਉਸ ਤੋਂ ਅੱਗੇ ਆ ਕੇ ਆਪਾਂ ਨੇ ਇਸ ਦੀ ਗੱਲ ਵੀ ਕੀਤੀ ਹੈ ਆਪਾਂ ਕਿ ਵਿਆਕਰਣ ਦੇ ਜਿਹੜੇ ਆ ਉਹ ਕਿੰਨੇ ਭਾਗ ਮੰਨੇ ਜਾਂਦੇ ਹੈ ਨਾ। 3 ਭਾਗ ਮੁੱਖ ਤੌਰ 'ਤੇ 3 ਭਾਗ ਮੰਨੇ ਜਾਂਦੇ ਹੈ। 4 ਵੀ ਕਿਹਾ ਜਾਂਦਾ ਪਰ 3 ਮੁੱਖ ਤੌਰ 'ਤੇ ਹੈ। ਜਦੋਂ ਮੁੱਖ ਤੌਰ 'ਤੇ ਗੱਲ ਕਰਨੀ ਹੈ ਤਾਂ 3 ਭਾਗ ਦੀ ਗੱਲ ਕਰਨੀ ਹੈ। ਇਹਨਾਂ ਦੋਵਾਂ ਨੂੰ ਇਕੱਠੇ ਰੱਖਣਾ ਹੈ ਆਪਾਂ, ਠੀਕ ਹੈ ਜੀ। ਅਤੇ ਤਰੀਕਾ ਤੁਹਾਨੂੰ ਦੱਸ ਦਿੱਤਾ ਹੈ। ਜਦੋਂ 3 ਹੋਏਗਾ ਆਪਸ਼ਨ ਦੇ ਵਿੱਚ ਉਦੋਂ 4 ਨਹੀਂ ਹੋਏਗਾ, ਜਦੋਂ 4 ਹੋਏਗਾ ਉਦੋਂ 3 ਨਹੀਂ ਹੋਏਗਾ। ਜੇ ਦੋਨੇ ਹੁੰਦੇ ਅਸੀਂ 3 'ਤੇ ਕਲਿੱਕ ਕਰਾਂਗੇ, ਠੀਕ ਹੈ ਜੀ। ਵਿਆਕਰਣ ਦੇ ਅੰਗ ਆਪਾਂ ਦੇ ਵਿੱਚ ਗੱਲ ਕੀਤੀ ਹੈ। ਵਿਆਕਰਣ ਦੇ ਜਿਹੜੇ ਆ ਉਹ ਅੰਗ ਕਿਹੜੇ ਕਿਹੜੇ ਆ ਹੈ ਨਾ। ਅੰਗ ਜਾਂ ਭਾਗ ਸੇਮ ਆ ਹੈ ਨਾ ਜੀ। ਵਿਆਕਰਣ ਦੇ ਜਿਹੜੇ ਭਾਗ ਆ 3 ਆ, ਵਰਨਬੋਧ, ਸ਼ਬਦਬੋਧ ਅਤੇ ਵਾਕਬੋਧ ਮੁੱਖ ਤੌਰ 'ਤੇ, ਠੀਕ ਹੈ। ਸ਼ਬਦਬੋਧ ਦੇ ਅੰਦਰ ਅਰਥਬੋਧ ਵੀ ਗੱਲ ਕਰਨੀ ਹੈ, ਅਰਥਬੋਧ ਦੀ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਜਿਹੜਾ ਇਹਨਾਂ 3 ਨੂੰ ਡਿਫਾਈਨ ਕੀਤਾ ਹੈ, ਵੇਖਿਆ ਹੈ ਕਿ ਇਹ ਕਿਵੇਂ ਆਪ ਦਾ ਕੰਮ ਕਰਦਾ ਹੈ। ਸੋ ਇਸ ਤਰ੍ਹਾਂ ਅੱਜ ਦਾ ਸਾਡਾ ਜਿਹੜਾ ਟੌਪਿਕ ਹੈ ਉਹ ਇੱਥੇ ਖ਼ਤਮ ਹੁੰਦਾ ਹੈ। ਆਸ ਕਰਦੇ ਹਾਂ ਸਾਰਿਆਂ ਨੂੰ ਅੱਜ ਦਾ ਟੌਪਿਕ ਜਿਹੜਾ ਹੈ ਉਹ ਚੰਗਾ ਲੱਗੇਗਾ, ਗਿਆਨ ਭਰਪੂਰ ਹੋਏਗਾ ਅਤੇ ਸਿੱਖਣ ਨੂੰ ਕੁਝ ਨਾ ਕੁਝ ਜ਼ਰੂਰ ਮਿਲੇਗਾ। ਸੋ ਫਿਰ ਆਪਾਂ ਹਾਜ਼ਰ ਹੋਵਾਂਗੇ ਕਿਸੇ ਹੋਰ ਵੀਡੀਓ ਦੇ ਨਾਲ। ਉਦੋਂ ਤੱਕ ਦੇ ਲਈ ਧੰਨਵਾਦ।